ਤੇ ਆਪਣੇ ਸਿਰ ਉੱਤੇ ਉਠਾ ਲੈਂਦੇ ਹਨ। ਰਜ ਤਨ ਲਗੇ ਬਹਿਰ ਨਿਕਸਾਵੈ। ਤੇ ਫਿਰ ਕਹਿੰਦੇ ਨੇ ਵੀ ਸਰੀਰ ਉੱਤੇ ਕੱਪੜਿਆਂ ਉੱਤੇ ਰਜ ਦਾ ਅਰਥ ਹੈ ਮਿੱਟੀ ਲੱਗ ਜਾਂਦੀ ਹੈ, ਧੂੜ ਲੱਗ ਜਾਂਦੀ ਹੈ, ਤੇ ਫਿਰ ਬਾਹਰ ਆਏ ਹਨ। ਇਸਨੇ ਤੋ ਸਿਰ ਟਾਈ ਮਾਟੀ। ਤੇ ਕਹਿੰਦੇ ਨੇ ਵੀ ਇਹਨੇ ਤੇ ਆਪਣੇ ਸਿਰ ਉੱਤੇ ਮਿੱਟੀ ਉਠਾਈ ਹੈ। ਕਰੋ ਵਿਚਾਰ ਨਾ ਤੁਮ ਉਚਤਾਈ। ਕਹਿੰਦੇ ਨੇ ਕਿ ਉਹਨਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇੱਥੇ ਇੱਕ ਉਲਾਂਭਾ ਦਿੱਤਾ ਹੈ ਕਿ ਇਹ ਤੇ ਬੱਚਾ ਹੈ, ਇਹਨੇ ਆਪਣੇ ਸਿਰ ਤੇ ਮਿੱਟੀ ਉਠਾਈ ਹੋਈ ਹੈ, ਇਹ ਸੇਵਾ ਵਿੱਚ ਲੱਗਿਆ ਹੋਇਆ ਹੈ। ਹਾਲਾਂਕਿ ਇਸ ਗੱਲ ਦਾ ਅਸੀਂ ਧਿਆਨ ਜ਼ਰੂਰ ਰੱਖਣਾ ਹੈ, ਸੇਵਾ ਕਰਦਿਆਂ ਹੋਇਆਂ ਕੋਈ ਵੀ ਕੰਮ ਹੈ, ਕੋਈ ਵੀ ਕਾਰਜ ਹੈ, ਉਹ ਇੱਕ ਸੇਵਾਦਾਰ ਵਜੋਂ ਕੀਤਾ ਜਾਂਦਾ ਹੈ। ਉਹ ਕੰਮ ਛੋਟਾ ਨਹੀਂ, ਗੁਰੂ ਦੀ ਸੇਵਾ ਵਾਲਾ ਕਾਰਜ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ। ਤੇ ਉਸ ਸੇਵਾ ਵਿੱਚ ਭਾਵੇਂ ਕੋਈ ਜੂਠੇ ਬਰਤਨ ਮਾਂਜ ਰਿਹਾ ਹੈ, ਭਾਵੇਂ ਕੋਈ ਜੋੜੇ ਝਾੜ ਰਿਹਾ ਹੈ, ਜਾਂ ਕੋਈ ਗੁਰੂ ਦੇ ਦਰਬਾਰ ਦੀ ਕੋਈ ਬਿਲਡਿੰਗ ਦਾ ਕੰਮ ਹੋਵੇ ਤੇ ਉੱਥੇ ਕਈ ਨਾਲ ਕੋਈ ਨੀਹਾਂ ਪੁੱਟਣ ਲੱਗ ਜਾਂਦਾ ਹੈ, ਕੋਈ ਇੱਟਾਂ ਢੋਣ ਲੱਗ ਜਾਂਦਾ ਹੈ, ਕੋਈ ਹੋਰ ਸੀਮੈਂਟ, ਕੋਈ ਬਜਰੀ, ਕੋਈ ਰੇਤੇ ਨੂੰ ਜਿਹੜਾ ਹੈ ਉਹ ਢੋਣ ਲੱਗ ਪੈਂਦਾ ਹੈ, ਇਤਿਆਦਿਕ ਸੇਵਾ ਕਰਦਾ ਹੈ। ਤੇ ਇਹਨੂੰ ਬਹੁਤ ਸਾਰੇ ਜਿਹੜੇ ਨੇ ਵੀ ਜਿਵੇਂ ਅਸੀਂ ਘਰਾਂ ਦੇ ਵਿੱਚ ਮਜ਼ਦੂਰ ਲਿਆ ਕਰਕੇ ਕੰਮ ਕਰਦੇ ਹਾਂ, ਦਿਹਾੜੀ ਦਿਹਾੜ ਲਾ ਕਰਕੇ ਕੰਮ ਕਰਦੇ ਹਾਂ, ਪਰ ਗੁਰੂ ਦੇ ਦਰਬਾਰ ਦੇ ਵਿੱਚ ਜਿਹੜੇ ਸੰਗਤਾਂ ਸੇਵਾਵਾਂ ਕਰਦੀਆਂ ਹਨ, ਉਹਨਾਂ ਨੂੰ ਕੋਈ ਇਸ ਤਰ੍ਹਾਂ ਕੋਈ ਦਿਹਾੜੀਦਾਰ, ਕੋਈ ਮਜ਼ਦੂਰ ਨਹੀਂ ਆਖਿਆ ਜਾਂਦਾ, ਉਹ ਤੇ ਉੱਚਾ ਦਰਜਾ ਰੱਖਣ ਵਾਲੇ ਹਨ। ਪਰ ਜਿਨ੍ਹਾਂ ਦੀ ਸੋਚ ਵਿੱਚ ਗੁਰੂ ਦੀ ਸੇਵਾ ਦਾ ਕੋਈ ਖਾਸ ਮਤਲਬ ਨਹੀਂ ਹੁੰਦਾ, ਉਹ ਇਤਿਆਦਿਕ ਤਰਕ ਕਰਦੇ ਨੇ ਵੀ ਇੱਥੇ ਨੌਕਰਾਂ ਵਾਂਗ ਇਹ ਕੰਮ ਕਰਦਾ ਪਿਆ ਹੈ। ਇਹ ਗੁਰੂ ਅਮਰਦਾਸ ਜੀ, ਤੁਸੀਂ ਜਿਹੜਾ ਹੈ ਵੀ ਉਹ ਘਰ ਦਾ ਜਵਾਈ ਬਣਾ ਕਰਕੇ ਤੇ ਇਹਦਾ ਮਾਣ ਉੱਚਾ ਸਤਿਕਾਰ ਨਹੀਂ ਰੱਖਿਆ। ਕਾਰ ਅਨੁਚਿਤ ਆਪਨੇ ਦੀਨ। ਤੇ ਤੁਸੀਂ ਜਿਹੜਾ ਹੈ ਇਹਨੂੰ ਛੋਟੀ ਜੀ ਕਾਰ, ਛੋਟਾ ਜਿਹਾ ਕੰਮ, ਨੀਵਾਂ ਕੰਮ ਦਿੰਦੇ ਹੋ। ਲਾਜ ਕੁਟੰਬ ਨਾ ਤੁਮਨੇ ਚੀਨ। ਤੇ ਕਹਿੰਦੇ ਨੇ ਵੀ ਇਹ ਜਿਹੜੀ ਕੁਟੰਬ ਦੀ ਲਾਜ ਹੈ, ਲੱਜਾ ਹੈ, ਬੰਸ਼ ਦਾ ਕੰਮ ਹੈ, ਇਹਨੂੰ ਤੁਸੀਂ ਨਹੀਂ ਪਛਾਣਿਆ। ਅਪਰ ਕੀਰਤਤ ਕੋ ਅਬ ਦਿਸ ਦੀਜੈ। ਉਹਨਾਂ ਆਖਿਆ ਤੁਸੀਂ ਇੰਜ ਕਰੋ, ਇਹਨੂੰ ਹੁਣ ਕੋਈ ਚੰਗਾ ਉੱਚਾ ਕੰਮ ਦੇਵੋ। ਇਹ ਕੰਮ ਜਿਹੜਾ ਹੈ ਨੌਕਰਾਂ ਵਾਲਾ ਹੈ, ਨੀਵਾਂ ਹੈ, ਇਹ ਬਦਲ ਕੇ ਕੋਈ ਹੋਰ ਚੰਗਾ ਕੰਮ ਦੇ ਦੇਵੋ। ਅਨਿਚਤ ਅਨਿਚਤ ਵਿਚਾਰ ਸੁਨੀਜੈ। ਇਹ ਜੋ ਠੀਕ ਹੈ, ਜੋ ਸਹੀ ਹੈ ਤੇ ਜੋ ਗਲਤ ਹੈ, ਇਹ ਵਿਚਾਰ ਦੱਸੋ ਜੀ। ਗੁਰ ਸੁਨ ਰਾਮਦਾਸ ਦਿਸ ਦੇਖਾ। ਕਹਿੰਦੇ ਨੇ ਵੀ ਜਦੋਂ ਗੁਰੂ ਅਮਰਦਾਸ ਜੀ ਨੂੰ ਇਹਨਾਂ ਨੇ ਲਾਹੌਰ ਵਾਸੀਆਂ ਨੇ ਆ ਕੇ ਇਵੇਂ ਆਖਿਆ ਹੈ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਕੋਈ ਜਵਾਬ ਦੇਣ ਦੀ ਬਜਾਏ ਮਿਹਰ ਦੀ ਨਿਗਾਹ ਨਾਲ ਭਾਈ ਜੇਠੇ ਜੀ ਵੱਲ ਵੇਖਿਆ ਹੈ। ਸੁਨ ਪ੍ਰਸੰਨ ਉਸ ਪ੍ਰੇਮ ਵਿਸੇਖਾ। ਤੇ ਕਹਿੰਦੇ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਿਹਰ ਦੀ ਨਿਗਾਹ ਨਾਲ ਜਦੋਂ ਵੇਖਿਆ ਹੈ ਤੇ ਮਾਨੋ ਕੋਈ ਇਸ ਤਰ੍ਹਾਂ ਦੀ ਹੋਰ ਨਿਮਰਤਾ ਭਰ ਦਿੱਤੀ ਹੈ, ਸੇਵਾ ਸਿਮਰਨ ਦੀ ਦਾਤ ਭਰ ਦਿੱਤੀ ਹੈ, ਸਹਿਜਤਾ ਭਰ ਦਿੱਤੀ ਹੈ। ਤੇ ਇਹਨੇ ਜਿਹੜਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਆਪ ਭਾਈ ਜੇਠਾ ਜੀ ਨੇ ਤੱਕਿਆ ਹੈ, ਤੇ ਮਾਨੋ ਜਿਹੜਾ ਹੈ ਦਰਸ਼ਨ ਕਰਕੇ ਜੋ ਨਿਹਾਲ ਹੁੰਦੇ ਨੇ, ਤੇ ਉਸ ਹਿਸਾਬ ਦੇ ਨਾਲ ਆਖਣ ਲੱਗੇ ਹਨ ਕਿ ਇਹ ਗੁਰੂ ਦਾ ਦਰਸ਼ਨ ਦੀਦਾਰ ਕਰਕੇ ਔਰ ਇਹਨਾਂ ਦੀਆਂ ਗੱਲਾਂ ਸੁਣ ਕਰਕੇ ਹੱਸ ਪਏ ਹਨ। ਦੇਖ ਦਸਾ ਸਤਿਗੁਰ ਛਕ ਰਹੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲ ਵੇਖ ਰਹੇ ਹਨ। ਨਦਰੇ ਪ੍ਰੇਮ ਮਮ ਮਨ ਇਸ ਬਹੇ। ਤੇ ਕਹਿਣ ਲੱਗੇ ਵੀ ਹਿਰਦੇ ਰੂਪੀ ਘਰ ਦੇ ਵਿੱਚ ਮਾਨੋ ਪ੍ਰੇਮ ਰੂਪੀ ਨਦੀ ਵਹਿ ਤੁਰੀ ਹੈ, ਔਰ ਜੋ ਲਗਾਤਾਰ ਪ੍ਰੇਮ ਰੂਪੀ ਨਦੀ ਵਹਿੰਦੀ ਜਾ ਰਹੀ ਹੈ। ਵੈਦਕ ਲੌਕਿਕ ਰੀਤ ਤ੍ਰਿਣ ਸਮ। ਤੇ ਕਹਿੰਦੇ ਨੇ ਵੀ ਇਹ ਜਿਹੜੀ ਪੁਰਾਣੀ ਲੌਕਿਕ ਇੱਕ ਰੀਤ ਹੈ ਕਿ ਨਦੀਆਂ ਜਿਹੜੀਆਂ ਨੇ ਉਹ ਕਦੇ ਰੁਕਦੀਆਂ ਨਹੀਂ, ਲਗਾਤਾਰ ਚੱਲਦੀਆਂ ਰਹਿੰਦੀਆਂ ਹਨ। ਤੋ ਇਵੇਂ ਭਾਈ ਜੇਠੇ ਦੇ ਵਿੱਚ ਗੁਰੂ ਦੇ ਚਰਨਾਂ ਦਾ ਪਿਆਰ ਲਗਾਤਾਰ ਨਦੀ ਰੂਪ ਵਹਿ ਰਿਹਾ ਹੈ। ਪ੍ਰੇਮ ਧਾਰ ਜਲ ਤੇ ਠਹਿਰਾ ਕਿਮ। ਉਹਨਾਂ ਆਖਿਆ ਵੀ ਪ੍ਰੇਮ ਦਾ ਆਧਾਰ, ਪ੍ਰੇਮ ਦਾ ਆਸਰਾ
ਮੈਨੂੰ ਇਸ ਘਰ ਇਸ ਦਰ ਵਿੱਚੋਂ ਮਿਲਿਆ ਹੈ। ਪ੍ਰੇਮ ਭਗਤ ਮੇਰੀ ਰੰਗ ਰਾਤੋ। ਤੇ ਉਹਨਾਂ ਨੇ ਆਖਿਆ ਹੈ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ, ਗੁਰੂ ਦੀ ਪ੍ਰੇਮਾ ਭਗਤੀ ਵਿੱਚ ਮੇਰਾ ਹਿਰਦਾ ਅੱਜ ਵੀ ਰੰਗਿਆ ਹੋਇਆ ਹੈ। ਇਸ ਕਰਕੇ ਮੈਨੂੰ ਕੋਈ ਵੀ ਕਾਰ ਗੁਰੂ ਦੇ ਘਰ ਦੀ ਛੋਟੀ ਨਹੀਂ ਲੱਗਦੀ। ਤਜੇ ਨ ਜਾਣਤ ਜਾਤ ਸੁਪਾਤੋ। ਤੇ ਆਖਦੇ ਨੇ ਵੀ ਮੈਂ ਇਸ ਸੇਵਾ ਨੂੰ, ਇਸ ਕਾਰਜ ਨੂੰ ਤਿਆਗ ਨਹੀਂ ਸਕਦਾ। ਲਾਪੁਰ ਕੇ ਪਚਮ ਦਿਸਹੇਰ। ਤੇ ਜਦੋਂ ਭਾਈ ਜੇਠਾ ਜੀ ਕੁਝ ਇਸ ਤਰ੍ਹਾਂ ਦਾ ਜਵਾਬ ਦਿੰਦੇ ਨੇ ਕਿ ਗੁਰੂ ਦੇ ਘਰ ਵਿੱਚੋਂ ਮੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ, ਇੱਥੇ ਮੈਂ ਥੋੜ੍ਹਾ ਜਿਹਾ ਪ੍ਰਸੰਗ ਸਾਂਝਾ ਕਰਦਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ 22 ਅਕਤੂਬਰ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ। ਕਹਿੰਦੇ ਨੇ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਦੋਂ ਭਾਈ ਜੇਠੇ ਜੀ ਦੇ ਸਿਰ ਉੱਤੋਂ ਮਾਤਾ ਪਿਤਾ ਦੋਵੇਂ ਚਲੇ ਗਏ ਨੇ। ਮਾਂ ਦੀ ਵੀ ਮੌਤ ਹੋ ਗਈ ਹੈ, ਪਿਤਾ ਦੀ ਵੀ ਮੌਤ ਹੋ ਗਈ ਹੈ। ਔਰ ਇਤਿਹਾਸ ਲਿਖਦਾ ਹੈ, ਉਂਝ ਅਸੀਂ ਅੱਜ ਤੱਕ ਜੋ ਪੜ੍ਹਿਆ, ਜੋ ਸੁਣਦੇ ਹਾਂ ਕਿ ਇਕੱਲੇ ਭਾਈ ਜੇਠਾ ਜੀ ਯਤੀਮ ਹੋਏ ਨੇ, ਪਰ ਇਤਿਹਾਸ ਲਿਖਦਾ ਹੈ ਵੀ ਭਾਈ ਜੇਠਾ ਜੀ ਦੇ ਨਾਲ ਇੱਕ ਉਹਨਾਂ ਦਾ ਵੱਡਾ ਭਰਾ ਜਿਹਦਾ ਨਾਮ ਹਰਦਿਆਲ ਹੈ, ਇੱਕ ਉਹਨਾਂ ਦੀ ਛੋਟੀ ਭੈਣ ਵੀ ਹੈ, ਬੀਬੀ ਰਮਦਾਸੀ ਉਹਦਾ ਨਾਮ ਹੈ। ਇਹ ਤਿੰਨ ਬੱਚੇ ਜਿਹੜੇ ਨੇ ਉਸ ਵੇਲੇ ਯਤੀਮ ਹੋਏ ਨੇ ਉਸ ਲਾਹੌਰ ਦੇ ਸ਼ਹਿਰ ਦੇ ਵਿੱਚ। ਪਰ ਜਿਸ ਵੇਲੇ ਨਾਨੀ ਮਾਂ ਕੋਲ ਆ ਕਰਕੇ ਉਹਨਾਂ ਦੀ ਸੁਚੱਜੀ ਸਿੱਖਿਆ ਦੇ ਸਦਕਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚੇ ਨੇ, ਤਾਂ ਵੇਖੋ ਇਸ ਦਰਬਾਰ ਦੇ ਵਿੱਚੋਂ ਕਿੱਡਾ ਵੱਡਾ ਆਸਰਾ ਮਿਲਿਆ ਹੈ। ਕਿੰਨੀ ਸੇਵਾ ਜਦੋਂ ਕਮਾਈ ਹੈ, ਜਦੋਂ ਸਿਮਰਨ ਦੀ ਦਾਤ ਪ੍ਰਾਪਤ ਕੀਤੀ ਹੈ, ਤੇ ਇਸ ਸੇਵਾ ਵਿੱਚੋਂ ਇੰਨਾ ਵੱਡਾ ਆਸਰਾ ਮਿਲਿਆ ਹੈ ਔਰ ਸਭ ਤੋਂ ਵੱਡਾ ਰੁਤਬਾ ਮਿਲਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਗੁਣ ਭਾਈ ਜੇਠੇ ਵਿੱਚ ਵੇਖੇ ਨੇ, ਇਹ ਦੁਨੀਆ ਦੇ ਹੋਰ ਕਿਸੇ ਵਿਅਕਤੀ ਵਿੱਚ ਉਹਨਾਂ ਨੂੰ ਨਹੀਂ ਦਿਖਾਈ ਦਿੱਤੇ। ਤਾਂ ਹੀ ਉਹਨਾਂ ਨੇ ਕਿਹਾ, ਜਦੋਂ ਗੁਰੂ ਕੇ ਮਹਿਲ ਗੱਲ ਕਰਦੇ ਨੇ ਕਿ ਸਾਨੂੰ ਬੀਬੀ ਭਾਨੀ ਵਾਸਤੇ, ਬੱਚੀ ਵਾਸਤੇ ਇਹੋ ਜਿਹਾ ਵਰ ਚਾਹੀਦਾ ਹੈ, ਤੇ ਗੁਰੂ ਨੇ ਮਿਹਰ ਦੀ ਨਿਗਾਹ ਨਾਲ ਤਾਕ ਕਰਕੇ ਜਿਹੜੀ ਜ਼ੁਬਾਨ ਤੋਂ ਬੋਲੇ ਵੀ ਭਾਈ ਜੇਠੇ ਵਰਗਾ ਤੇ ਭਾਈ ਜੇਠਾ ਹੀ ਹੈ, ਹੋਰ ਦੂਜਾ ਕੋਈ ਨਹੀਂ ਹੈ। ਆਪਣੇ ਗੁਰੂ ਵੱਲੋਂ, ਆਪਣੇ ਉਸਤਾਦ ਵੱਲੋਂ, ਆਪਣੇ ਅਧਿਆਪਕ ਵੱਲੋਂ ਜਿਹੜਾ ਹੈ ਇਸ ਤਰ੍ਹਾਂ ਦੀ ਸ਼ਾਬਾਸ਼ੀ ਰੂਪ ਬੋਲ ਮਿਲ ਜਾਣ, ਪ੍ਰਾਪਤ ਹੋ ਜਾਣ ਵੀ ਇਹਦੇ ਵਰਗਾ ਤੇ ਦੂਜਾ ਕੋਈ ਹੈ ਹੀ ਨਹੀਂ ਹੈ, ਇਹ ਬੜੇ ਵੱਡੇ ਮਾਣ ਵਾਲੀ, ਸਤਿਕਾਰ ਵਾਲੀ ਗੱਲ ਹੁੰਦੀ ਹੈ। ਭਾਈ ਜੇਠਾ ਜੀ ਇੱਥੇ ਇਹੀ ਗੱਲ ਜਿਹੜੀ ਹੈ ਉਹਨਾਂ ਲਾਹੌਰ ਵਾਸੀਆਂ ਨੂੰ ਆ ਕਰਕੇ ਸਮਝਾਉਂਦੇ ਨੇ ਕਿ ਮੈਨੂੰ ਇਸ ਘਰ ਵਿੱਚੋਂ, ਇਸ ਦਰਬਾਰ ਵਿੱਚੋਂ ਸਭ ਕੁਝ ਪ੍ਰਾਪਤ ਹੋਇਆ ਹੈ। ਮੈਂ ਇਸ ਦਰ ਵਿੱਚੋਂ ਹੀ ਸਭ ਕੁਝ ਪ੍ਰਾਪਤ ਕੀਤਾ ਹੈ। ਮੈਨੂੰ ਗੁਰੂ ਅਮਰਦਾਸ ਮਹਾਰਾਜ ਰੂਪ ਪਿਤਾ ਵੀ ਮਿਲਿਆ ਹੈ, ਮੈਨੂੰ ਇੱਥੋਂ ਮਾਂ ਦਾ ਪਿਆਰ ਵੀ ਮਿਲਿਆ, ਪਿਤਾ ਦਾ ਪਿਆਰ ਵੀ ਮਿਲਿਆ, ਸੰਗਤ ਦਾ ਪਿਆਰ ਵੀ ਮਿਲਿਆ, ਤੇ ਮਾਣ ਸਤਿਕਾਰ ਵੀ ਜੋ ਸਮਾਜ ਵਿੱਚ ਚਾਹੀਦਾ ਸੀ ਸਭ ਕੁਝ ਪ੍ਰਾਪਤ ਹੋਇਆ ਹੈ। तो फिर इत्थे सेवा करके मैं अपने आप ਨੂੰ कोई छोटा नहीं जानता, ये गुरु दे दर दी सेवा है, ते ये सेवा करन वाला जिहड़ा है वो सचमुच उच्चा रुतबा प्राप्त करता है। सहज सुभायक गुरमति सबेर। फिर कहते ने भी ये ते सहजे ही ਇਹ ਮਾਲਕ ਦੀ ਮਿਹਰ ਹੋਈ ਹੈ, ਦਇਆ ਹੋਈ ਹੈ, ਤੇ ਇਸ ਘਰ-ਦਰ ਵਿੱਚ ਆ ਕਰਕੇ ਮੇਰਾ ਜਿਹੜਾ ਹੈ ਮਾਣ ਬਣਿਆ ਹੈ। ਉਰ ਪ੍ਰਸੰਨ ਹੈ ਪਨਤ ਬਚ ਕੋ। ਜਦੋਂ ਭਾਈ ਜੇਠਾ ਜੀ ਇਹ ਜਵਾਬ ਦਿੰਦੇ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਜਵਾਬ ਸੁਣ ਕਰਕੇ ਅਤਿਅੰਤ ਪ੍ਰਸੰਨ ਹੁੰਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਗੁਰਬਾਣੀ ਦਾ ਟੀਕਾ, ਗੁਰਬਾਣੀ ਦਰਪਣ ਲਿਖਿਆ ਹੈ 10 ਭਾਗਾਂ ਦੇ ਵਿੱਚ, ਉਹਨਾਂ ਨੇ ਜਦੋਂ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਲਿਖਿਆ ਨਾ, ਤੇ ਉਹਦੇ ਵਿੱਚ ਇੱਕ ਖਾਸ ਗੱਲ ਉਹਨਾਂ ਨੇ ਲਿਖੀ। ਕਹਿਣ ਲੱਗੇ ਵੀ ਜਦੋਂ ਇਹ ਘਟਨਾ ਦਾ ਜ਼ਿਕਰ ਕੀਤਾ ਜਿਹੜੀ ਇਤਿਹਾਸ ਦੀ ਅਸੀਂ ਹੁਣ ਪੜ੍ਹ ਰਹੇ ਹਾਂ ਕਿ ਲਾਹੌਰ ਤੋਂ ਕੁਝ ਵਿਅਕਤੀ ਜਿਹੜੇ ਨੇ ਰਿਸ਼ਤੇਦਾਰ ਉਹ ਭਾਈ ਜੇਠਾ ਜੀ ਦੇ ਕੋਲ ਇੱਥੇ ਆਏ ਨੇ, ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਆਖਿਆ ਵੀ ਤੁਸੀਂ ਜਵਾਈਆਂ ਵਾਲਾ ਸਤਿਕਾਰ ਨਹੀਂ ਕਰਦੇ, ਸਗੋਂ ਨੌਕਰਾਂ ਵਾਲਾ ਕੰਮ ਲੈਂਦੇ ਹੋ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੀ ਗੱਲ ਉੱਥੇ ਲਿਖੀ ਹੈ ਇਸ ਘਟਨਾ ਦੇ ਆਧਾਰ ਉੱਤੇ, ਉਹਨਾਂ ਨੇ ਆਖਿਆ ਵੀ ਭਾਈ ਜੇਠਾ ਜੀ ਨੇ ਅਜਿਹਾ ਜਵਾਬ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਖਿਆ ਵੀ ਜਿਸ ਵੇਲੇ ਮੈਂ ਲਾਹੌਰ ਦੀਆਂ ਗਲੀਆਂ 'ਚੋਂ ਯਤੀਮ ਹੋ ਕਰਕੇ ਨਿਕਲਿਆ ਸਾਂ, ਉਦੋਂ ਇਹ ਤੁਹਾਡਾ ਪਿਆਰ ਕਿੱਥੇ ਸੀ।
ਅਕਸਰ ਐਸਾ ਹੁੰਦਾ ਹੈ, ਅੱਜ ਵੀ ਸਮਾਜ ਵਿੱਚ ਵੇਖੀਏ ਵੀ ਜਿਹਦੀ ਜੇਬ ਵਿੱਚ ਕੁਝ ਪੈਸਾ ਦਿਸਦਾ ਹੋਵੇ ਤੇ ਸਾਰੇ ਉਹਦੇ ਨਾਲ ਰਿਸ਼ਤੇਦਾਰੀ ਵੀ ਬਣਾਉਂਦੇ ਨੇ, ਸਾਰੇ ਉਸ ਨੂੰ ਆਪਣਾ ਮਿੱਤਰ ਵੀ ਬਣਾ ਲੈਂਦੇ ਨੇ, ਪਰ ਜਿਸ ਦੀ ਜੇਬ ਖਾਲੀ ਹੋਵੇ ਉਹਦੇ ਵਾਲੇ ਪਾਸੇ ਕੋਈ ਤੱਕਦਾ ਵੀ ਨਹੀਂ ਹੈ। ਤੇ ਜੇ ਕਿਤੇ ਐਸਾ ਹੋ ਜਾਵੇ ਵੀ ਕੋਈ ਬਿਲਕੁਲ ਗਰੀਬੜਾ ਜਾਂ ਕੰਗਾਲ ਜਿਹਾ ਵਿਅਕਤੀ, ਜਿਹਨੂੰ ਕੋਈ ਮੂੰਹ ਲਾ ਕਰਕੇ ਰਾਜੀ ਨਹੀਂ, ਜਿਹਦੇ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ, ਜੇ ਅਕਾਲ ਪੁਰਖ ਦੀ ਦਇਆ ਸਦਕਾ ਉਹ ਉੱਚੇ ਰੁਤਬੇ ਵਾਲਾ ਬਣ ਜਾਵੇ, ਕੋਈ ਮਾਇਆ ਦੇ ਭੰਡਾਰੇ ਉਹਦੇ ਕੋਲ ਆ ਜਾਣ, ਤੇ ਫਿਰ ਉਹ ਲੋਕ ਜਿਹੜੇ ਉਸ ਨੂੰ ਦੁਰਕਾਰਦੇ ਹੁੰਦੇ ਨੇ ਉਹ ਵੀ ਆਪੋ ਆਪਣਾ ਰਿਸ਼ਤਾ ਦੱਸਣ ਲੱਗ ਪਏ ਨੇ, ਦੂਰ ਦੁਰੇਡੇ ਦੇ ਰਿਸ਼ਤੇ ਦੱਸਣ ਲੱਗ ਪੈਂਦੇ ਨੇ ਵੀ ਮੇਰਾ ਵੀ ਉਹਦੇ ਨਾਲ ਕੋਈ ਰਿਸ਼ਤਾ ਹੈ। ਕਾਰਨ ਕੀ ਹੈ? ਇਹ ਸਾਰੇ ਦੇ ਸਾਰੇ ਰਿਸ਼ਤੇ ਮਾਇਆ ਦੇ ਕਾਰਨ ਕਰਕੇ ਨੇ। ਜਿਸ ਵੇਲੇ ਲਾਹੌਰ ਦੀਆਂ ਗਲੀਆਂ ਵਿੱਚੋਂ ਯਤੀਮ ਹੋ ਕਰਕੇ 3 ਬੱਚੇ ਨਿਕਲੇ ਨੇ, ਉਦੋਂ ਕਿਸੇ ਨੂੰ ਹੇਜ ਨਹੀਂ ਜਾਗਿਆ, ਉਦੋਂ ਕਿਸੇ ਨੂੰ ਪਿਆਰ ਨਹੀਂ ਆਇਆ। ਪਰ ਜਿਸ ਵੇਲੇ ਅੱਜ ਗੁਰੂ ਦੇ ਦਰਬਾਰ ਵਿੱਚ ਪਹੁੰਚ ਕਰਕੇ ਏਡਾ ਉੱਚਾ ਰੁਤਬਾ ਜਿਹੜਾ ਹੈ ਉਹ ਭਾਈ ਜੇਠੇ ਨੇ ਪ੍ਰਾਪਤ ਕਰ ਲਿਆ ਹੈ, ਤੇ ਹੁਣ ਇਹ ਸੰਬੰਧੀ ਜਿਹੜੇ ਨੇ ਆ ਕਰਕੇ ਉਲਾਂਭੇ ਪੇ ਪ੍ਰਗਟ ਕਰਨ ਲੱਗ ਪਏ ਨੇ। ਇਸ ਹਾਲਾਤ ਨੂੰ ਜਿਹੜਾ ਹੈ ਜੋ ਉਸ ਸਮੇਂ ਦਾ ਬਣਿਆ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਬੈਠੇ ਨੇ ਤੇ ਉਹਨਾਂ ਨੇ ਇਸ ਸਮੇਂ ਦਾ ਜਿਹੜਾ ਹੈ ਬਾਣੀ ਦੇ ਵਿੱਚ ਇੱਕ ਥਾਂ ਜ਼ਿਕਰ ਵੀ ਕੀਤਾ ਹੈ, ਜਿਹਦੇ ਵਿੱਚ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਤੋਂ ਬਲਿਹਾਰ ਸਦਕੇ ਵੀ ਜਾਂਦੇ ਨੇ ਤੇ ਆਪਣੇ ਆਪ ਦੀ ਜਿਹੜੀ ਉਸ ਸਮੇਂ ਦੀ ਹਾਲਾਤ ਨੂੰ ਵੀ ਜਿਹੜਾ ਬਿਆਨ ਕਰਦੇ ਨੇ। ਉਹ ਬਚਨ ਅਸੀਂ ਅਕਸਰ ਪੜ੍ਹਦੇ ਹਾਂ, ਹਮ ਡੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਸੀਂ ਤੇ ਰੁਲਦੇ ਫਿਰਦੇ ਸਾਂ, ਯਤੀਮ ਹੋ ਚੁੱਕੇ ਸਾਂ, ਕੋਈ ਸਾਡੀ ਬਾਤ ਪੁੱਛ ਕਰਕੇ ਰਾਜੀ ਨਹੀਂ ਸੀ, ਕੋਈ ਸਾਡੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਪਰ ਜਦੋਂ ਅਸੀਂ ਗੁਰੂ ਦਾ ਸੰਗ ਕੀਤਾ, ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਤੇ ਗੁਰੂ ਨੇ ਜਿਹੜਾ ਸਾਨੂੰ ਥਾਪ ਦਿੱਤਾ ਹੈ, ਮਾਨੋ ਪਾਤਸ਼ਾਹੀ ਥਾਪ ਦਿੱਤਾ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਜੋ ਮੇਰੀ ਹਾਲਾਤ ਸੀ, ਜੋ ਮੇਰਾ ਹੁਣ ਦਾ ਵੀ ਹਾਲਾਤ ਹੈ, ਇਹ ਮਾਲਕ ਤੂੰ ਆਪੇ ਜਾਣਨ ਵਾਲਾ ਹੈ। ਤੇ ਫਿਰ ਉਹਦੇ ਵਿੱਚ ਉਹਨਾਂ ਨੇ ਬਚਨ ਸਾਂਝਾ ਕੀਤਾ ਹੈ, ਧੰਨ ਧੰਨ ਗੁਰੂ ਨਾਨਕ ਜਨ ਕੇ ਦਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਧੰਤਾ ਜੋ ਮੈਨੂੰ ਮਿਲ ਗਿਆ ਤੇ ਜੀਵਨ ਦੇ ਸਾਰੇ ਸੋਗ ਸੰਤਾਪ ਖਤਮ ਹੋ ਗਏ ਨੇ, ਨਸ਼ਟ ਹੋ ਗਏ ਨੇ। ਇਸ ਕਰਕੇ ਮੈਂ ਜਿਹੜੀ ਬੇਨਤੀ ਸਾਂਝੀ ਕਰਨੀ ਚਾਹ ਰਿਹਾ ਸਾਂ, ਜੋ ਇਤਿਹਾਸ ਦਾ ਇਹ ਪੱਖ ਅਸੀਂ ਸਾਂਝਾ ਕਰ ਰਹੇ ਹਾਂ ਕਿ ਜਿਸ ਵੇਲੇ ਕੋਈ ਉੱਚੇ ਰੁਤਬੇ ਦੇ ਪਹੁੰਚ ਜਾਂਦਾ ਹੈ, ਕਿਸੇ ਉੱਚੀ ਕੁਰਸੀ ਤੇ ਪਹੁੰਚ ਜਾਂਦਾ ਹੈ, ਜਿਹਦੇ ਹੱਥ ਵਿੱਚ ਕੋਈ ਪਾਵਰ ਆ ਜਾਂਦੀ ਹੈ, ਤੇ ਜਿਹੜੇ ਪਹਿਲਾਂ ਲੋਕ ਉਸ ਨੂੰ ਦੁਰਕਾਰਦੇ ਹੁੰਦੇ ਨੇ, ਫਿਰ ਉਹਦੇ ਨਾਲ ਰਿਸ਼ਤਾ ਗੰਢਣਾ ਸ਼ੁਰੂ ਕਰ ਦਿੰਦੇ ਨੇ, ਉਹਨੂੰ ਆਪਣੇ ਰਿਸ਼ਤੇਦਾਰ ਦੱਸਣਾ ਸ਼ੁਰੂ ਕਰ ਦਿੰਦੇ ਨੇ। ਤੋ ਇੱਥੇ ਭਾਈ ਜੇਠਾ ਜੀ ਨੇ ਇਹਨਾਂ ਲਾਹੌਰ ਵਾਸੀਆਂ ਦੀ ਉਸ ਤਕਰੀਰ ਦਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਢੁਕਵਾਂ ਜਵਾਬ ਦਿੱਤਾ ਹੈ ਕਿ ਮੈਨੂੰ ਤੇ ਜਿਹੜਾ ਹੈ ਇਹ ਸੇਵਾ ਹੀ ਚਾਹੀਦੀ ਹੈ, ਇਸ ਸੇਵਾ ਵਿੱਚ ਵੀ ਮੈਂ ਜਿਹੜਾ ਹੈ ਆਪਣੇ ਆਪ ਨੂੰ ਰੱਖਣਾ ਚਾਹੁੰਦਾ ਹਾਂ। ਇਤਿਹਾਸ ਦਾ ਇਹ ਪੱਖ ਸੱਚਮੁੱਚ ਬੜਾ ਕਮਾਲ ਦਾ ਹੈ। ਮੈਂ ਪਿੱਛੇ ਵੀ ਇੱਕ ਬੇਨਤੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਵੀ ਜਿਹੋ ਜਿਹਾ ਗੁਰੂ ਦਾ ਆਪਣਾ ਜੀਵਨ ਹੈ, ਇਹੋ ਜਿਹਾ ਹੀ ਜੀਵਨ ਸਿੱਖ ਦਾ ਵੀ ਹੁੰਦਾ ਹੈ। ਇਹਦੇ ਸੰਬੰਧ ਵਿੱਚ ਇੱਕ ਇਤਿਹਾਸ ਦਾ ਮੈਂ ਪੰਨਾ ਇੱਥੇ ਸਾਂਝਾ ਕਰਨ ਲੱਗਾ। ਜਿਹੋ ਜਿਹਾ ਗੁਰੂ ਦਾ ਜੀਵਨ ਹੈ, ਉਹੋ ਜਿਹਾ ਜੀਵਨ ਸਿੱਖ ਦਾ ਵੀ ਹੈ। ਗੁਰੂ ਦਾ ਜੀਵਨ, ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੱਲ ਚੱਲ ਰਹੀ ਹੈ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਇਹ ਹੈ ਵੀ ਜਿਸ ਵੇਲੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ, ਤੇ ਬਹੁਤ ਸਾਰੇ ਵਿਦਵਾਨ ਲਿਖਦੇ ਨੇ ਕਿ ਉਸ ਸਮੇਂ ਤੋਂ ਬਾਅਦ ਵੀ ਜਿਹੜਾ ਹੈ ਭਾਈ ਜੇਠਾ ਜੀ ਉਹ ਟੋਕਰੀ ਢੋਣ ਦੀ ਵੀ ਸੇਵਾ ਕਰਦੇ ਨੇ, ਲੰਗਰ ਵਾਸਤੇ ਲੱਕੜਾਂ ਲਿਆਉਣ ਦੀ ਵੀ ਸੇਵਾ ਕਰਦੇ ਨੇ, ਹੋਰ ਵੀ ਦਰਬਾਰ ਦੀ ਸਾਫ ਸਫਾਈ ਦੀ ਵੀ ਸੇਵਾ ਕਰਦੇ ਨੇ। ਉਹਨਾਂ ਨੇ ਸੇਵਾ ਜਿਹੜੀ ਹੈ ਉਹ ਛੱਡੀ ਨਹੀਂ ਹੈ। ਗੁਰੂ ਦੇ ਦਰਬਾਰ ਵਿੱਚ ਐਡਾ ਮਾਣ ਪ੍ਰਾਪਤ ਕਰਨ ਤੋਂ ਬਾਅਦ ਵੀ ਸੇਵਾ ਤੋਂ ਆਪਣਾ ਮੁਖ ਨਹੀਂ ਮੋੜਿਆ। ਇਹ ਹੈ ਗੁਰੂ ਦਾ ਜੀਵਨ। ਔਰ ਗੁਰੂ ਨੇ ਸਿੱਖ ਵਿੱਚ ਵੀ ਐਸੀ ਜੀਵਨਤਾਈ ਭਰੀ ਹੈ। ਤੇ ਇਤਿਹਾਸ ਵੇਖੋ, ਨਵਾਬ ਕਪੂਰ ਸਿੰਘ ਦਾ ਜੀਵਨ, ਜਿਸ ਵੇਲੇ ਮੁਗਲਾਂ ਦੇ ਵੱਲੋਂ ਆਫਰ ਕੀਤੀ ਹੋਈ ਜਿਹੜੀ ਨਵਾਬੀ ਉਸ ਨੂੰ ਮਿਲੀ ਹੈ, ਤੇ ਪੰਜਾਂ ਪਿਆਰਿਆਂ ਨੇ ਹੁਕਮ ਸੁਣਾਇਆ ਵੀ ਇਹ ਨਵਾਬੀ ਨਵਾਬ ਕਪੂਰ ਸਿੰਘ ਨੂੰ ਦਿੱਤੀ ਜਾਵੇਗੀ। ਤੇ ਨਵਾਬ ਕਪੂਰ ਸਿੰਘ ਅੱਗੋਂ ਆਖਦਾ ਵੀ ਮੇਰੀਆਂ ਜਿਹੜੀਆਂ ਨੇ ਵੀ ਉਹ 2 ਸ਼ਰਤਾਂ ਨੇ, ਮੈਂ ਤਾਂ ਹੀ ਨਵਾਬੀ ਲਵਾਂਗਾ। ਪਹਿਲੀ ਸ਼ਰਤ ਇਹ ਹੈ ਵੀ ਇਹ ਜਿਹੜੀ ਨਵਾਬੀ ਦੀ ਪੁਸ਼ਾਕ ਹੈ, ਇਹ ਪੰਜਾਂ ਪਿਆਰਿਆਂ ਦੇ ਪੈਰਾਂ ਦੇ ਨਾਲ, ਚਰਨਾਂ ਦੇ ਨਾਲ ਛੁਹਾ ਕੇ ਪਹਿਨਾਂਗਾ।
ਤੇ ਦੂਜਾ ਉਹਨਾਂ ਨੇ ਆਖਿਆ ਵੀ ਕੱਲ ਨੂੰ ਮੈਂ ਨਵਾਬ ਬਣ ਜਾਵਾਂ ਤੇ ਤੁਸੀਂ ਮੇਰੇ ਤੋਂ ਸੰਗਤ ਦੀ ਜਿਹੜੀ ਹੈ ਵੀ ਉਹ ਪੱਖਾ ਝੱਲਣ ਦੀ ਸੇਵਾ ਖੋਹ ਲਵੋ। ਮੈਂ ਘੋੜਿਆਂ ਦੀ ਸੇਵਾ ਕਰਨਾ ਤੇ ਘੋੜਿਆਂ ਦੀ ਸੇਵਾ ਕਰਨ ਦੀ ਸੇਵਾ ਖੋਹ ਲਵੋ। ਮੈਂ ਐਸਾ ਨਹੀਂ ਚਾਹੁੰਦਾ। ਜੇ ਮੇਰੇ ਤੋਂ ਉਹ ਸੇਵਾ ਖੋਹ ਲਵੋਗੇ ਫਿਰ ਮੈਨੂੰ ਇਹ ਨਵਾਬੀ ਨਹੀਂ ਚਾਹੀਦੀ। ਇਹਦਾ ਕਾਰਨ ਗੁਰੂ ਜਿਹੋ ਜਿਹਾ ਹੈ, ਮਾਣ ਰੁਤਬਾ ਉੱਚਾ ਮਿਲਣ ਤੋਂ ਬਾਅਦ ਵੀ ਸੇਵਾ ਕਰਦਾ ਹੈ, ਤੇ ਸਿੱਖ ਦਾ ਜੀਵਨ ਵੀ ਉਹੋ ਜਿਹਾ ਹੈ ਕਿ ਉੱਚਾ ਰੁਤਬਾ ਨਵਾਬੀ ਮਿਲਣ ਤੋਂ ਬਾਅਦ ਵੀ ਉਹ ਲਾਲਸਾ ਕਰਦਾ ਵੀ ਮੇਰੇ ਤੋਂ ਸੇਵਾ ਨਾ ਖੋਹ ਲਈ ਜਾਵੇ। ਜੋ ਮੈਂ ਸੇਵਾ ਪਹਿਲਾਂ ਕਰਦਾ ਲਗਾਤਾਰ ਉਹ ਸੇਵਾ ਕਰਦਾ ਰਹਾਂ। ਕਾਰਨ ਕੀ ਹੈ? ਜੋ ਸੇਵਾ ਦੇ ਵਿੱਚ ਸਕੂਨ ਤੇ ਸੁੱਖ ਹੈ, ਇਹ ਬਾਣੀ ਆਖਦੀ ਹੈ ਵੀ ਕੋਈ ਵਿਅਕਤੀ ਰਾਜ ਵੀ ਪ੍ਰਾਪਤ ਕਰ ਲਵੇ, ਸੱਤਾ ਵੀ ਪ੍ਰਾਪਤ ਕਰ ਲਵੇ ਤੇ ਉਹ ਸੁਖਤਾ ਵੀ ਨਹੀਂ ਹੈ। ਬਾਣੀ ਦੀ ਪੰਕਤੀ ਸਾਂਝੀ ਕਰਾਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜਿਹੜਾ ਸੁਖ ਸੇਵਾ ਵਿੱਚ ਹੈ ਉਹ ਸੁਖ ਰਾਜ ਕਰਕੇ ਵੀ, ਸ਼ਕਤੀ ਪ੍ਰਾਪਤ ਕਰਕੇ ਵੀ ਨਹੀਂ ਹੋ ਸਕਦਾ। ਤਾਂ ਕਰਕੇ ਉਸ ਸਮੇਂ ਦੇ ਉੱਤੇ ਜਿਹੜਾ ਹੈ ਉਹ ਭਾਈ ਜੇਠੇ ਨੇ, ਜੋ ਬਾਅਦ ਵਿੱਚ ਗੁਰੂ ਰਾਮਦਾਸ ਪਿਤਾ ਮਹਾਰਾਜ ਬਣਦੇ ਨੇ, ਉਹਨਾਂ ਨੇ ਇਸ ਤਰ੍ਹਾਂ ਦਾ ਜਵਾਬ ਜਿਹੜਾ ਹੈ ਉਹਨਾਂ ਲੋਕਾਂ ਨੂੰ ਸੁਣਾਇਆ ਹੈ ਤੇ ਆਖਿਆ ਵੀ ਇਹ ਸੇਵਾ ਵਿੱਚੋਂ ਮੈਨੂੰ ਸਭ ਪ੍ਰਾਪਤ ਹੋਇਆ ਹੈ ਤੇ ਇਸ ਸੇਵਾ ਨੂੰ ਜਿਹੜਾ ਹੈ ਉਹ ਮੈਂ ਨਹੀਂ ਤਿਆਗਾਂਗਾ। ਸਭ ਜਗ ਛਤਰ ਦੀਨ ਮੈਂ ਇਨਕੋ। ਤੇ ਕਹਿਣ ਲੱਗੇ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਬਚਨ ਨੂੰ, ਇਸ ਜਵਾਬ ਨੂੰ ਸੁਣ ਕਰਕੇ ਅਤਿਅੰਤ ਪ੍ਰਸੰਨ ਹੋਏ ਨੇ, ਵੱਡੀ ਪ੍ਰਸੰਨਤਾ ਹਾਸਲ ਕੀਤੀ ਹੈ ਤੇ ਮਾਨੋ ਕਹਿਣ ਲੱਗੇ ਵੀ ਇਹ ਜਿਹੜਾ ਮੇਰੇ ਉੱਤੇ ਛਤਰ ਚਲਾਇਆ ਜਾ ਰਿਹਾ ਹੈ ਇਹ ਤੇ ਗੁਰੂ ਨੇ ਹੀ ਦਿੱਤਾ ਹੈ। ਮਾਟੇ ਪਰ ਹੈ ਸੀਸ ਤੁਮਾਰੇ। ਆਖਣ ਲੱਗੇ ਵੀ ਭਾਵੇਂ ਸਿਰ ਦੇ ਉੱਤੇ ਜਿਹੜੀ ਹੈ ਮਿੱਟੀ ਦੀ ਟੋਕਰੀ ਹੈ, ਗੁਰ ਅਭਗਤ ਤੁਮ ਪ੍ਰੇਮ ਨ ਤਾਰੇ। ਇੱਥੇ ਇਸ ਗੱਲ ਨੂੰ ਵੀ ਫਿਰ ਧਿਆਨ ਵਿੱਚ ਰੱਖਣਾ ਹੈ। ਭਾਈ ਜੇਠੇ ਨੇ ਇੱਕ ਹੋਰ ਜਵਾਬ ਦਿੱਤਾ ਹੈ। ਕਹਿਣ ਲੱਗੇ ਵੀ ਸੇਵਾ ਕਰਨ ਵਾਸਤੇ ਤੇ ਇੱਥੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਤੁਸੀਂ ਹਾਜ਼ਰ ਹੋਏ ਹੋ, ਤੁਸੀਂ ਵੀ ਟੋਕਰੀ ਢੋਂਦੇ ਹੋ, ਤੁਹਾਡੇ ਸਿਰ ਉੱਤੇ ਵੀ ਜਿਹੜਾ ਮਿੱਟੀ ਦੀ ਟੋਕਰੀ ਪਈ ਹੋਈ ਹੈ, ਪਰ ਤੁਹਾਡੇ ਹਿਰਦੇ ਰੂਪੀ ਘਰ ਵਿੱਚ ਸੇਵਾ ਭਗਤੀ ਕੋਈ ਨਹੀਂ ਹੈ। ਸਾਡੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਨੇ ਉਹ ਉਸ ਸਮੇਂ ਉੱਤੇ ਸੇਵਾ ਕਰਦੇ ਨੇ ਜਦੋਂ ਕੋਈ ਲੋਕ ਵੇਖ ਰਹੇ ਹੋਣ। ਅਸੀਂ ਸੇਵਾ ਦੀ ਪ੍ਰਵਾਨਗੀ ਜਿਹੜੀ ਹੈ ਉਹ ਗੁਰੂ ਦੇ ਦਰ 'ਤੇ ਨਹੀਂ ਕਰਵਾਉਣਾ ਚਾਹੁੰਦੇ, ਸਗੋਂ ਲੋਕਾਚਾਰੀ ਦੇ ਦਰ 'ਤੇ ਕਰਵਾਉਣਾ ਚਾਹੁੰਦੇ ਹਾਂ। ਵੀ ਅਸੀਂ ਬਹੁਤੇ ਸਾਡੇ ਵਿੱਚੋਂ ਸੇਵਾ ਉਦੋਂ ਕਰਦੇ ਨੇ ਜਦੋਂ ਬਹੁਤ ਸਾਰੇ ਲੋਕ ਵੇਖਦੇ ਹੋਣ ਤੇ ਸੁਣਨ ਦੀ ਵੀ ਲਾਲਸਾ ਹੁੰਦੀ ਹੈ ਵੀ ਆਖਣ ਲੋਕ ਵੀ ਹਾਂ ਇਹ ਤੇ ਬੜੀ ਸੇਵਾ ਕਰਦਾ ਹੈ। ਪਰ ਜਿਹੜੇ ਗੁਰੂ ਕੇ ਪਿਆਰੇ ਸਿੱਖ ਭਗਤੀ ਭਾਵਨਾ ਵਾਲੇ ਨੇ ਉਹ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਗੁਰੂ ਦੇ ਦਰ 'ਤੇ ਕਰ ਜਾਂਦੇ ਹਨ। ਇੱਥੇ ਉਹ ਲਾਹੌਰ ਵਾਸੀਆਂ ਨੂੰ ਜਿਹੜਾ ਹੈ ਭਾਈ ਜੇਠੇ ਜੀ ਨੇ ਆਖਿਆ ਵੀ ਭਾਵੇਂ ਤੁਹਾਡੇ ਸਿਰ ਉੱਤੇ ਮਿੱਟੀ ਦੀ ਟੋਕਰੀ ਪਈ ਹੈ, ਪਰ ਤੁਹਾਡਾ ਹਿਰਦਾ ਜਿਹੜਾ ਹੈ ਉਹ ਸੇਵਾ ਭਗਤੀ ਵਿੱਚ ਲੀਨ ਨਹੀਂ ਹੈ। ਜੇ ਇਹ ਬੰਸ ਜਨਮ ਨਹਿ ਤਾਰੇ। ਫਿਰ ਕਹਿੰਦੇ ਨੇ ਵੀ ਇਹਦੇ ਅੱਗੇ ਉਹਨਾਂ ਨੇ ਬਚਨ ਆਖਿਆ ਹੈ ਵੀ ਇਹਨੇ ਸਾਡੀ ਬੰਸ ਦੇ ਵਿੱਚ ਜਨਮ ਧਾਰਿਆ ਹੈ। ਗਿਰਸਤ ਨਰਕ ਮਹਿ ਪਿਰਤ ਤੁਮਾਰੇ। ਤੇ ਜਿਹੜੇ ਵਿਅਕਤੀ ਸੇਵਾ ਵਿੱਚ ਨਹੀਂ ਜੁੜਦੇ, ਅਸਲ ਵਿੱਚ ਯਾਦ ਰੱਖਣਾ ਗੁਰੂ ਕੇ ਦਰਬਾਰ ਦੇ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਵੀ ਇੱਥੇ ਜਾਤੀ ਪਾਤੀ ਦਾ ਕੋਈ ਵਿਤਕਰਾ ਨਹੀਂ ਹੈ, ਕਿਸੇ ਖਾਸ ਵੰਸ਼ ਦੀ ਗੱਲ ਨਹੀਂ ਕੀਤੀ ਜਾਂਦੀ। ਇੱਥੇ ਵੰਸ਼ ਗੁਰੂ ਹੀ ਹੈ ਤੇ ਸਿੱਖ ਉਸ ਦੀ ਵੰਸ਼ ਵਿੱਚੋਂ ਅੱਗੇ ਨਿਕਲਣ ਵਾਲਾ ਜਿਹੜਾ ਹੈ ਉਹਦਾ ਚਿਰਾਗ ਕਹਿ ਲਈਏ। ਤੇ ਇੱਥੇ ਜਿਹੜਾ ਹੈ ਭਾਈ ਜੇਠਾ ਜੀ ਨੇ ਜਿਹੜੀ ਗੱਲ ਕੀਤੀ ਹੈ ਵੀ ਤੁਸੀਂ ਭਾਵੇਂ ਜਿਹੜਾ ਵੀ ਉੱਚੀ ਵੰਸ਼ ਵਿੱਚ ਕੁੱਲ ਵਿੱਚ ਪੈਦਾ ਹੋਏ ਹੋ, ਪਰ ਸੇਵਾ ਭਗਤੀ ਨਹੀਂ ਹੈ ਤੋ ਮਾਨੋ ਤੁਸੀਂ ਦੁੱਖਾਂ ਦੇ ਭਾਗੀ ਬਣੋਗੇ। ਰਾਮਦਾਸ ਕਰ ਜੋਰ ਉਚਾਰਾ। ਫਿਰ ਕਹਿੰਦੇ ਨੇ ਵੀ ਗੁਰੂ ਰਾਮਦਾਸ ਜੀ ਨੇ ਇਸ ਤਰ੍ਹਾਂ ਦੇ ਬਚਨ ਉਚਾਰਨ ਕੀਤੇ ਹਨ। ਪਤਤ ਉਦਾਹਰਨ ਬਿਰਦ ਤੁਮਾਰਾ। ਆਖਣ ਲੱਗੇ ਹੈ ਗੁਰੂ ਅਮਰਦਾਸ ਜੀ ਤੁਹਾਡਾ ਜਿਹੜਾ ਸੁਭਾਅ ਹੈ ਪਤਿਤਾਂ ਦਾ ਉਧਾਰ ਕਰਨ ਵਾਲਾ ਹੈ। ਗੁਰ ਮਹਿਮਾ ਕੀ ਗਿਆਤ ਨਾ ਪਾਈ। ਤੁਸੀਂ ਜਿਹੜੇ ਇਹ ਸਾਹਮਣੇ ਆ ਕਰਕੇ ਬੈਠੇ ਹੋ, ਗੁਰੂ ਦੀ ਮਹਿਮਾ ਕੀ ਹੈ, ਗੁਰੂ ਦੀ ਵਡਿਆਈ ਕੀ ਹੈ, ਇਹਦੀ ਤੁਹਾਨੂੰ ਸਮਝ ਨਹੀਂ ਆਈ, ਇਹਦਾ ਤੁਸੀਂ ਗਿਆਨ ਹਾਸਲ ਨਹੀਂ ਕੀਤਾ। ਇਹਦੇ ਦਰਬਾਰ ਵਿੱਚ ਆ ਕਰਕੇ ਕਿਵੇਂ ਪ੍ਰਵਾਨ ਹੋਈਦਾ ਇਸ ਗੱਲ ਨੂੰ ਤੁਸੀਂ ਨਹੀਂ ਸਮਝ ਸਕੇ। ਕਿਆ ਇਨਕੇ ਬਸ ਜਗ ਉਰਜਾਈ। ਅਸਲ ਦੇ ਵਿੱਚ ਜਿਹੜਾ ਹੈ
ਗੁਰੂ ਅਮਰਦਾਸ ਜੀ ਨੂੰ ਫਿਰ ਉਹਨਾਂ ਨੇ ਆਖਿਆ ਵੀ ਇਹਨਾਂ ਦੇ ਵੱਸ ਵਿੱਚ ਵੀ ਕੁਝ ਨਹੀਂ, ਇਹ ਜਗਤ ਲੋਕਾਚਾਰੀ ਦੀਆਂ ਗੱਲਾਂ ਵਿੱਚ ਹੀ ਉਲਝੇ ਹਨ। ਸੁਨ ਕਰ ਸਤਿਗੁਰ ਪਏ ਪ੍ਰਸੰਨ, ਗੁਰੂ ਸਾਹਿਬ ਜੀ ਇਹ ਬਚਨ ਸੁਣ ਕਰਕੇ ਵੀ ਪ੍ਰਸੰਨ ਹੁੰਦੇ ਹਨ ਰਾਮਦਾਸ ਤੁਝ ਕੋ ਤਨ ਤਨ। ਤੇ ਕਹਿਣ ਲੱਗੇ, ਹੇ ਰਾਮਦਾਸ ਤੂੰ ਤੇ ਧੰਤਾ ਜੋਗ ਹੈ, ਵਡਿਆਉਣ ਜੋਗ ਹੈ। ਕਰ ਸੇਵਾ ਮੁਝ ਕੋ ਬਸ ਕੀਨਾ, ਹੇ ਰਾਮਦਾਸ ਤੂੰ ਸੇਵਾ ਕਰਕੇ ਮੈਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਸੇਵਾ ਭਗਤੀ ਕਰਕੇ ਗੁਰੂ ਨੂੰ ਵਸ ਵਿੱਚ ਕੀਤਾ ਹੈ। ਮੈਂ ਜਾਣੋ ਤੁਝ ਤੈ ਤੁਝ ਚੀਨਾ, ਮੈਂ ਤੈਨੂੰ ਆਪਣਾ ਹੀ ਰੂਪ ਜਾਣਿਆ ਹੈ, ਮੈਂ ਆਪਣੇ ਆਪ ਨੂੰ ਤੇਰੇ ਵਿੱਚ ਟਿਕਾਵਾਂਗਾ। ਪੁਨ ਲਵਪੁਰ ਕੇ ਸਰ ਸਮੁਦਾਈ। ਫਿਰ ਕਹਿੰਦੇ ਨੇ ਵੀ ਇਹ ਵਾਰਤਾ ਖਤਮ ਹੋਈ ਹੈ ਤੇ ਇਹ ਜਿਹੜੇ ਲਾਹੌਰ ਸ਼ਹਿਰ ਦੇ ਆਏ ਹੋਏ ਇਹ ਵਿਅਕਤੀ ਹਨ, ਇਹ ਸਾਰੇ ਇਕੱਠੇ ਹੋਏ ਹਨ। ਕਰੇ ਬਿਦਾ ਗਮਨੇ ਅਗੁਆਈ। ਫਿਰ ਕਹਿੰਦੇ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਾਮਦਾਸ ਜੀ ਨੂੰ ਆਖਿਆ ਹੈ ਵੀ ਇਹਨਾਂ ਨੂੰ ਹੁਣ ਤੁਸੀਂ ਆਪ ਵਿਦਾ ਕਰਕੇ ਆਵੋ। ਪਦ ਅਰ ਬ੍ਰਿੰਦ ਬੰਦਨਾ ਠਾਨੀ। ਫਿਰ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਸੋਹਣੇ ਕਮਲ ਵਰਗੇ ਚਰਨਾਂ ਉੱਤੇ ਬੰਦਨਾ ਕੀਤੀ ਹੈ। ਸੇਵਾ ਸਿਵ ਹੈ ਬਹੁਰ ਕਰਮ ਮਨ ਮਾਨੀ। ਤੇ ਇਹ ਜਿਹੜੀ ਹੈ ਅਸੀਸ ਪ੍ਰਾਪਤ ਕੀਤੀ ਹੈ ਵੀ ਸੇਵਾ ਕਰਦੇ ਰਹੋ। ਕਰਹਿ ਕਾਰ ਤਰ ਚੋਪ ਅਗਨੂਰੇ। ਤੇ ਫਿਰ ਕਹਿੰਦੇ ਨੇ ਵੀ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਵਿਦਾ ਕਰਕੇ ਆਏ ਨੇ ਤੇ ਅੱਜ ਜਿਹੜਾ ਹੈ ਉਹ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਘੁੱਟਦੇ ਹਨ। ਲੋਕ ਲਾਜ ਤੇ ਹੋਏ ਨਿਹੂਰੇ। ਲੋਕ ਲਾਜ ਲੋਕ ਲੱਜਾ ਤੋਂ ਪਾਸੇ ਹੋ ਕਰਕੇ, ਜਿਵੇਂ ਪਹਿਲਾਂ ਵੀ ਅਸੀਂ ਗੱਲ ਸਾਂਝੀ ਕੀਤੀ ਹੈ ਕਿ ਇੱਕ ਅੱਜ ਦਾ ਵੀ ਸਮਾਜ ਜਿਹੜਾ ਹੈ ਉਹ ਜਵਾਈ ਵਾਲਾ ਸਤਿਕਾਰ ਇੱਕ ਵੱਖਰਾ ਹਊਆ ਜਿਹਾ ਬਣਾ ਦਿੱਤਾ ਗਿਆ ਹੈ। ਪਰ ਭਾਈ ਜੇਠਾ ਜੀ ਨੇ ਜਿਹੜੇ ਪੂਰਨੇ ਪਾਏ ਨੇ ਵੀ ਜਵਾਈ ਕੈਸਾ ਹੋਣਾ ਚਾਹੀਦਾ ਹੈ, ਇਹ ਸਾਨੂੰ ਜਿਹੜਾ ਵੀ ਰਹਿੰਦੀ ਦੁਨੀਆ ਤੱਕ ਯਾਦ ਰਹਿਣਾ ਚਾਹੀਦਾ ਹੈ। ਇੱਥੇ ਸੇਵਾ ਭਾਵਨਾ ਦੀ ਕਦਰ ਜਿਹੜੀ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ ਤੇ ਆਪਣੇ ਵੱਲੋਂ ਭਾਈ ਜੇਠਾ ਜੀ ਨੇ ਸੇਵਾ ਵਿੱਚ ਜੋ ਵੀ ਆਪਣਾ ਆਪਾ ਭੇਟ ਕਰਨਾ ਚਾਹੀਦਾ ਸੀ, ਆਪਣਾ ਤਨ ਮਨ ਭੇਟ ਕਰਨਾ ਚਾਹੀਦਾ ਸੀ, ਆਪਣੇ ਸਮੁੱਚੇ ਸਰੀਰ ਨੂੰ ਜਿਹੜਾ ਹੈ ਉਹ ਸੇਵਾ ਵਿੱਚ ਭੇਟਾ ਕਰ ਦਿੱਤਾ ਹੈ। ਇੱਕ ਬੇਨਤੀ ਇੱਥੇ ਰੋਕ ਕੇ ਮੈਂ ਹੋਰ ਕਰਨ ਲੱਗਾ। ਅਕਸਰ ਕਈ ਵਾਰੀ ਮੈਂ ਇਹ ਬੇਨਤੀ ਸਾਂਝੀ ਕੀਤੀ ਹੈ ਕਿ ਅਸੀਂ ਜ਼ਿਆਦਾਤਰ ਜਿਹੜਾ ਵੀ ਸੇਵਾ ਜਿਹੜੇ ਗੁਰੂ ਦੇ ਦਰਬਾਰ ਵਿੱਚ ਕਰਨ ਆਉਂਦੇ ਹਾਂ, ਅਸੀਂ ਕੋਈ ਨਾ ਕੋਈ ਕਾਮਨਾ ਲੈ ਕੇ, ਕੋਈ ਨਾ ਕੋਈ ਸੁੱਖ ਲੈ ਕੇ, ਕੋਈ ਨਾ ਕੋਈ ਮੰਗ ਲੈ ਕੇ ਫਿਰ ਸੇਵਾ ਸ਼ੁਰੂ ਕਰਦੇ ਹਾਂ ਕਿ ਮੈਨੂੰ ਆਹ ਦੇ ਦਿਓ ਜੀ, ਮੈਂ ਇੰਨੇ ਦਿਨ ਸੇਵਾ ਕਰਾਂਗਾ, ਮੈਨੂੰ ਇਹ ਪ੍ਰਾਪਤ ਹੋ ਜਾਵੇ, ਇੰਨੇ ਦਿਨ ਸੇਵਾ ਕਰਾਂਗਾ। ਪਰ ਹਜ਼ੂਰ ਦੀ ਬਾਣੀ ਅਤੇ ਇਤਿਹਾਸ ਨੂੰ ਜਦੋਂ ਅਸੀਂ ਪੜ੍ਹੀਏ ਨਾ ਤੇ ਗੁਰੂ ਕਾ ਸਿੱਖ ਕੋਈ ਵੀ ਜਿਹੜਾ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ ਉਹਨੂੰ ਗੁਰੂ ਸਾਹਿਬ ਇਹ ਗੱਲ ਸਮਝਾਉਂਦੇ ਹਨ ਕਿ ਜੀਵਨ ਜਾਚ ਇਸ ਤਰ੍ਹਾਂ ਦੀ ਹੋਵੇ ਵੀ ਸੇਵਾ ਜਿਹੜੀ ਹੈ ਇਹ ਕਾਮਨਾ ਤੋਂ ਰਹਿਤ ਹੋ ਕਰਕੇ ਕਰਨੀ ਚਾਹੀਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਿਹਕਾਮੀ। ਕਾਮਨਾ ਤੋਂ ਰਹਿਤ ਹੋ ਕਰਕੇ ਸੇਵਾ। ਪਰ ਸਾਡੀ ਸ਼ੁਰੂਆਤ ਸੇਵਾ ਦੀ ਕਾਮਨਾ ਦੇ ਅਧੀਨ ਹੁੰਦੀ ਹੈ। ਕਾਮਨਾ ਤੋਂ ਰਹਿਤ ਹੋ ਕਰਕੇ ਸੇਵਾ ਕਰਨ ਵਾਲਿਆਂ ਨੂੰ ਜਿਹੜੇ ਪ੍ਰਾਪਤੀ ਕੀ ਹੁੰਦੀ ਹੈ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਸੁਆਮੀ ਦੀ ਹੀ ਪ੍ਰਾਪਤੀ, ਮਾਲਕ ਦੀ ਹੀ ਪ੍ਰਾਪਤੀ। ਤਾਂ ਜਿਹਨੂੰ ਮਾਲਕ ਦੀ ਪ੍ਰਾਪਤੀ ਹੋ ਗਈ ਉਹਦੇ ਪਿੱਛੇ ਫਿਰ ਕੀ ਰਹਿ ਗਿਆ? ਉਹ ਫਿਰ ਹੋਰ ਛੋਟੀਆਂ ਛੋਟੀਆਂ ਦਾਤਾਂ ਨੂੰ ਮੰਗਣ ਦੀ ਉਹਨੂੰ ਲੋੜ ਨਹੀਂ ਰਹਿੰਦੀ। ਪਰ ਅਸਲ ਵਿੱਚ ਜਿਹੜਾ ਸੇਵਕ ਭਾਵਨਾ ਨਾਲ ਤੇ ਜੀਵਨ ਨੂੰ ਸਵਾਰਨ ਵਾਲੇ ਪਾਸੇ ਸੇਵਾ ਕਰਦਾ ਹੈ ਉਹਨੂੰ ਰੁਤਬਾ ਉੱਚਾ ਦਿੰਦਾ ਹੈ। ਹਾਂ, ਐਸਾ ਜ਼ਰੂਰ ਹੈ ਗੁਰੂ ਤਰੁੱਠ ਕਰਕੇ ਭਾਵੇਂ ਦੁਨੀਆ ਦਾ ਰਾਜ ਦੇ ਦੇਵੇ, ਪਰ ਸਿੱਖ ਜਿਹੜਾ ਹੈ ਸੇਵਾ ਕਰਨ ਦੇ ਬਦਲੇ ਕਾਮਨਾ ਨਾ ਕੋਈ ਕਰੇ। ਇਹਨੂੰ ਇਤਿਹਾਸ ਦਾ ਪੰਨਾ ਤੁਸੀਂ ਵੇਖੋ, ਜਿਸ ਵੇਲੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਨੇ ਤੇ ਘਰ ਤੋਂ ਇਹ ਮਨਸਾ, ਘਰ ਤੋਂ ਇਹ ਲਾਲਸਾ ਕਰਕੇ ਨਹੀਂ ਆਏ ਵੀ ਮੈਂ ਜਾ ਕਰਕੇ ਸੇਵਾ ਕਰਾਂਗਾ ਤੇ ਫਿਰ ਮੈਂ ਗੁਰਤਾ ਗੱਦੀ ਤੇ ਬੈਠ ਜਾਵਾਂਗਾ। ਐਸੀ ਭਾਵਨਾ ਨਹੀਂ ਸੀ। ਹਾਂ, ਗੁਰੂ ਤਰੁੱਠ ਕਰਕੇ ਆਪਣਾ ਹੀ ਰੂਪ ਬਖਸ਼ਿਸ਼ ਕਰ ਦਿੱਤਾ ਹੈ। ਇਹ ਜਿਹੜੀ ਹੈ ਸੱਚਮੁੱਚ ਸੇਵਾ ਦਾ ਮੁੱਲ ਪੈ ਗਿਆ ਹੈ।
ਫਿਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਨੇ ਤੇ ਉਹ ਵੀ ਘਰ ਤੋਂ ਇਹ ਮਨਸਾ ਲੈ ਕਰਕੇ, ਘਰ ਤੋਂ ਫੁਰਨਾ ਲੈ ਕਰਕੇ ਨਹੀਂ ਤੁਰੇ ਵੀ ਮੈਂ ਜਾਵਾਂਗਾ, ਸੇਵਾ ਕਰਾਂਗਾ ਤੇ ਸੇਵਾ ਕਰਨ ਦੇ ਬਦਲੇ ਮੈਂ ਜਿਹੜਾ ਹੈ ਵੀ ਗੁਰਤਾ ਗੱਦੀ ਪ੍ਰਾਪਤ ਕਰ ਲਵਾਂਗਾ। ਐਸੀ ਮਨਸਾ ਨਹੀਂ ਆ ਉਹਨਾਂ ਦੀ। ਪਰ ਗੁਰੂ ਨੇ ਤਰੁੱਠ ਕਰਕੇ ਨਿਗਤਿਆਂ ਦੀ ਗੱਤ, ਨਿਪਲਤਿਆਂ ਦੀ ਪੱਤ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ ਹੈ। ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਕਿਰਪਾ ਹੈ ਜਦੋਂ ਸੇਵਾ ਪ੍ਰਵਾਨ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰ ਲਈਏ ਸ਼੍ਰੀ ਰਾਮਦਾਸ ਜੀ ਦੀ, ਭਾਈ ਜੇਠੇ ਦੀ, ਗੁਰੂ ਦੇ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਇਹੋ ਜੀ ਕੋਈ ਮਨਸਾ ਆਪਣੇ ਅੰਦਰ ਨਹੀਂ ਰੱਖੀ ਵੀ ਮੈਂ ਜਾਵਾਂਗਾ, ਸੇਵਾ ਕਰਾਂਗਾ ਗੁਰੂ ਨੂੰ ਪ੍ਰਸੰਨ ਕਰਕੇ ਤੇ ਮੈਂ ਗੁਰੂ ਘਰ ਦਾ ਜਵਾਈ ਬਣ ਜਾਵਾਂਗਾ, ਮੈਂ ਗੁਰਤਾ ਗੱਦੀ ਪ੍ਰਾਪਤ ਕਰ ਲਵਾਂਗਾ। ਐਸੀ ਮਨਸਾ ਉਹਨਾਂ ਦੇ ਅੰਦਰ ਨਹੀਂ ਹੈ। ਹਾਂ, ਗੁਰੂ ਤਰੁੱਠ ਕਰਕੇ ਮਿਹਰਬਾਨ ਹੋ ਕਰਕੇ ਐਸੀ ਬਖਸ਼ਿਸ਼ ਕਰ ਦਿੱਤੀ, ਐਸੀ ਰਹਿਮਤ ਕਰ ਦਿੱਤੀ ਕਿ ਅੱਜ ਕੁੱਲ ਦੁਨੀਆ ਸੰਸਾਰ ਦਾ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਭਾਈ ਜੇਠੇ ਦਾ ਇੰਨਾ ਸਤਿਕਾਰ ਕਰਕੇ ਇਵੇਂ ਬਚਨ ਆਖਦਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਉਹਨੂੰ ਧੰਨ ਧੰਨ ਰਾਮਦਾਸ ਗੁਰ ਦਾ ਖਿਤਾਬ ਮਿਲ ਗਿਆ ਹੈ। ਇਸ ਕਰਕੇ ਸੇਵਾ ਜਿਹੜੀ ਹੈ ਉਹ ਕਾਮਨਾ ਤੋਂ ਰਹਿਤ ਹੋ ਕਰਕੇ, ਪਰ ਗੁਰੂ ਤਰੁੱਠ ਕਰਕੇ ਦੁਨੀਆ ਦਾ ਰਾਜ ਦੇ ਦੇਵੇ, ਇਹ ਗੁਰੂ ਦੀ ਆਪਣੀ ਇੱਛਾ ਹੈ। ਸਿੱਖ ਨੂੰ ਸੇਵਾ ਕਰਨ ਦੀ ਜੇਕਰ ਜਾਚ ਸਿੱਖਣੀ ਚਾਹੀਦੀ ਹੈ ਤੇ ਉਹਦੇ ਪੂਰਨੇ ਜਿਹੜੇ ਨੇ ਉਹ ਗੁਰੂ ਅੰਗਦ ਸਾਹਿਬ ਨੇ ਪਾਏ ਨੇ, ਗੁਰੂ ਅਮਰਦਾਸ ਜੀ ਨੇ ਪਾਏ ਨੇ, ਗੁਰੂ ਰਾਮਦਾਸ ਜੀ ਨੇ ਪਾਏ ਨੇ। ਉਹਨਾਂ ਪੂਰਨਿਆਂ ਤੇ ਚੱਲ ਕਰਕੇ ਸਾਨੂੰ ਜਿਹੜਾ ਗੁਰੂ ਦਰਬਾਰ ਦੀ ਸੇਵਾ ਕਰਨੀ ਚਾਹੀਦੀ ਹੈ। ਦੋਹਰਾ ਅਤ ਅਚਾਰੀ ਬੈਸਨੋ ਮਾਈ ਦਾਸ ਸੋ ਨਾਮ। ਇੱਥੇ ਇਹ ਜਿਹੜਾ ਉਹਨਾਂ ਸੰਬੰਧੀਆਂ ਦਾ ਆ ਕਰਕੇ ਭਾਈ ਜੇਠਾ ਜੀ ਦੇ ਨਾਲ ਵਾਰਤਾਲਾਪ ਕਰਨਾ, ਇਹ ਅਧਿਆਇ ਸਮਾਪਤ ਹੁੰਦਾ ਹੈ। ਨਵੇਂ ਅਧਿਆਇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਜਿਹੜਾ ਹੈ ਉਹ ਇੱਕ ਸੇਵਕ ਆਇਆ ਜਿਹਦਾ ਨਾਮ ਮਾਈ ਦਾਸ ਹੈ, ਜਿਹੜਾ ਪਹਿਲਾਂ ਸ਼੍ਰੀ ਕ੍ਰਿਸ਼ਨ ਦਾ ਭਗਤ ਹੈ। ਫਿਰ ਗੁਰੂ ਦੀ ਏਡੀ ਰਹਿਮਤ ਕਿਰਪਾ ਹੋਈ ਹੈ, ਗੁਰੂ ਦਾ ਜਸ ਸੁਣਿਆ ਹੈ ਤੇ ਉਹ ਫਿਰ ਇਸ ਗੁਰੂ ਦੇ ਦਰਬਾਰ ਵਿੱਚ ਆਇਆ ਤੇ ਗੁਰੂ ਨੇ ਮਾਈ ਦਾਸ ਉੱਤੇ ਵੀ ਇਹੋ ਜੀ ਵੱਡੀ ਮਿਹਰ ਕੀਤੀ ਹੈ ਨਾ, ਇਹੋ ਜੀ ਵੱਡੀ ਕਿਰਪਾ ਕੀਤੀ ਹੈ ਕਿ ਕਿੱਥੇ ਇਹ ਪਹਿਲਾਂ ਸ਼੍ਰੀ ਕ੍ਰਿਸ਼ਨ ਦਾ ਉਪਾਸਕ ਹੈ, ਮੂਰਤੀ ਦਾ ਉਪਾਸਕ ਹੈ, ਪਰ ਜਦੋਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਗੁਰੂ ਨੇ ਮਿਹਰ ਕਰਕੇ ਇਹਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ ਹੈ। ਜਿਹੜੇ ਮੰਜੀਦਾਰ ਪੈਦਾ ਕੀਤੇ ਸਨ, ਮੰਜੀਆਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰਕ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਉਹਨਾਂ ਦੇ ਵਿੱਚੋਂ ਜਿਹੜਾ ਹੈ ਇਹ ਮਾਈ ਦਾਸ ਵੀ ਹੈ। ਤੇ ਆਓ ਇਹਦੀ ਗਾਥਾ ਸੁਣੀਏ, ਜਿਹਦੇ ਵਿੱਚ ਸ਼ੁਰੂਆਤ ਕਵੀ ਸੰਤੋਖ ਸਿੰਘ ਨੇ ਕੀਤੀ ਹੈ ਵੀ ਇਹ ਜਿਹੜਾ ਮਾਈ ਦਾਸ ਹੈ ਸ਼੍ਰੀ ਕ੍ਰਿਸ਼ਨ ਦਾ ਭਗਤ ਹੋਣ ਦੇ ਨਾਲ ਨਾਲ ਜਿਹੜਾ ਹੈ ਇਹਦੀ ਮੱਤ ਇੱਕ ਵੈਸ਼ਨਵ ਹੈ, ਜਿਹੜਾ ਖਾਣ ਪੀਣ ਦੀ ਕਿਰਿਆ ਦੀ ਸੋਚ ਭੇਟ ਨੂੰ ਵਧੇਰੇ ਮੰਨਦਾ ਹੈ। ਭਗਤ ਕਰਤ ਸ੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸਕਾਮ। ਕਹਿੰਦੇ ਨੇ ਵੀ ਇਹ ਸ਼੍ਰੀ ਕ੍ਰਿਸ਼ਨ ਦੀ ਭਗਤੀ ਕਰਦਾ ਹੈ, ਉਹਦੇ ਨਾਲ ਪ੍ਰੇਮ ਕਰਦਾ ਹੈ। ਚੌਪਈ ਸੰਤਨ ਕੀ ਸੰਗਤ ਨਿਤ ਕਰੇ। ਪਰ ਕਹਿੰਦੇ ਨੇ ਵੀ ਇਹ ਹੌਲੀ ਹੌਲੀ ਜਿਹੜਾ ਹੈ ਉਹ ਰੱਬ ਦੇ ਪਿਆਰਿਆਂ ਦੀ, ਸੰਤ ਜਨਾਂ ਦੀ ਸੰਗਤ ਵੀ ਕਰਨ ਲੱਗ ਪਿਆ ਹੈ। ਕ੍ਰਿਸ਼ਨ ਕ੍ਰਿਸ਼ਨ ਮੁਖ ਮਹਿ ਜਪ ਧਰੇ। ਪਰ ਉਂਝ ਜਿਹੜਾ ਹੈ ਵੀ ਇਹ ਕ੍ਰਿਸ਼ਨ ਦਾ ਉਪਾਸਕ ਹੈ ਤੇ ਆਪਣੇ ਮੁਖ ਤੋਂ ਭਗਵਾਨ ਰੂਪ ਵਿੱਚ ਉਸ ਕ੍ਰਿਸ਼ਨ ਨੂੰ ਜਪਦਾ ਹੈ। ਮੋਰ ਮੁਕਟ ਪੀਤਾਬਰ ਧਾਰੀ। ਫਿਰ ਕਹਿੰਦੇ ਨੇ ਵੀ ਉਹਦੀ ਮੂਰਤ ਨੂੰ ਜਿਹੜਾ ਹੈ ਉਹ ਆਪਣੀਆਂ ਨਜ਼ਰਾਂ ਵਿੱਚ ਲਿਆਉਂਦਾ ਹੈ, ਆਪਣੇ ਧਿਆਨ ਵਿੱਚ ਲਿਆਉਂਦਾ ਹੈ, ਜਿਹਦੇ ਵਿੱਚ ਸ਼੍ਰੀ ਕ੍ਰਿਸ਼ਨ ਮੁਕਟ ਪਾ ਕੇ ਬੈਠੇ ਹਨ। ਇਸੇ ਧਿਆਨ ਕੇ ਮਨ ਆਧਾਰੀ। ਇਸ ਮੂਰਤੀ ਦਾ ਧਿਆਨ ਉਹਨੇ ਮਨ ਵਿੱਚ ਕੀਤਾ ਹੈ। ਨਿਸ ਦਿਨ ਸਿਮਰਹਿ ਅਪਰ ਕਾਮ। ਦਿਨ ਅਤੇ ਰਾਤ, ਨਿਸ ਕਹਿੰਦੇ ਨੇ ਰਾਤ ਨੂੰ, ਨਿਸ ਦਿਨ ਭਾਵ ਦਿਨ ਰਾਤ ਇਸੇ ਤਰ੍ਹਾਂ ਉਹ ਸ਼੍ਰੀ ਕ੍ਰਿਸ਼ਨ ਦਾ ਨਾਮ ਜਪਦਾ ਸੀ। ਮਨ ਕੀ ਲਿਵ ਚਿਤਵਤ ਅਗ ਸਿਆਮ। ਫਿਰ ਕਹਿੰਦੇ ਨੇ ਵੀ ਆਪਣੇ ਮਨ ਦੀ ਲਿਵ ਵਿੱਚ ਸਦਾ ਹੀ ਕ੍ਰਿਸ਼ਨ ਦਾ ਇੱਕ ਦੂਜਾ ਨਾਮ ਸ਼ਿਆਮ ਹੈ ਤੇ ਉਸੇ ਨੂੰ ਭਾਵ ਜਪਦਾ ਹੈ। ਕਮਲ ਪੱਤਰ ਵਿਸਰਤ ਅਬਿਲੋਚਨ। ਫਿਰ ਕਹਿੰਦੇ ਨੇ ਵੀ ਆਪਣੇ
ਜਿਹੜੇ ਨੇਤਰ ਹਨ, ਇਹਨਾਂ ਨੇਤਰਾਂ ਨੂੰ ਬੰਦ ਕਰਕੇ ਜਿਹੜਾ ਹੈ ਉਹ ਕੇਵਲ ਤੇ ਕੇਵਲ ਧਿਆਨ ਕ੍ਰਿਸ਼ਨ ਦਾ ਹੀ ਧਰਦਾ ਹੈ। ਕੁੰਡਲ ਗੰਡ ਸਥਾਲ ਦੁਖ ਮੋਚਨ। ਫਿਰ ਕਹਿੰਦੇ ਨੇ ਵੀ ਜਿਹੜਾ ਉਹ ਕੰਨਾਂ ਦੇ ਵਿੱਚ ਕੁੰਡਲ ਪਾਉਣ ਵਾਲਾ ਹੈ, ਇਤਿਆਦਿਕ ਜਿਹੜਾ ਹੈ ਇਸ ਤਰ੍ਹਾਂ ਦੀਆਂ ਵਸਤਾਂ ਵੀ ਰੱਖਦਾ ਹੈ। ਮੰਦ ਮੰਦ ਸੁੰਦਰ ਮੁਸਕਾਵਨ। ਫਿਰ ਕਹਿੰਦੇ ਨੇ ਵੀ ਜਦੋਂ ਉਹ ਭਗਤੀ ਕਰਦਾ ਹੈ ਤੇ ਉਹ ਮੰਦ ਭਾਵ ਥੋੜਾ ਜਿਹੜਾ ਹੈ ਉਹ ਦਰਸ਼ਨ ਦੀਦਾਰ ਰੂਪ ਵਿੱਚ ਮੁਸਕਰਾਉਂਦਾ ਹੈ। ਭਗਤਨ ਕੇ ਚਿੱਤ ਚੋਪ ਬਦਾਵਨ। ਜਿਵੇਂ ਸੱਚਮੁੱਚ ਹੀ ਕੋਈ ਰੱਬ ਦਾ ਭਗਤ ਜਦੋਂ ਆਪਣੇ ਕਿਸੇ ਇਸ਼ਟ ਦੇਵ ਨੂੰ ਧਿਆਨ ਵਿੱਚ ਰੱਖ ਕਰਕੇ ਉਹਦੀ ਭਗਤੀ ਕਰਦਾ ਹੈ, ਉਹਦਾ ਧਿਆਨ ਧਰਦਾ ਹੈ ਤੇ ਫਿਰ ਭਗਤੀ ਕਰਕੇ ਪ੍ਰਸੰਨ ਹੁੰਦਾ ਹੈ। ਐਸੋ ਧਿਆਨ ਵਿਖੇ ਮਨ ਲਾਗਾ। ਤੋ ਇਵੇਂ ਉਹਦਾ ਧਿਆਨ ਲੱਗਦਾ ਹੈ। ਸਿਮਰ ਹੈ ਨਾਮ ਸਦਾ ਅਨਰਾਗਾ। ਤੋ ਦਿਨ ਰਾਤ ਫਿਰ ਉਹ ਪਿਆਰ ਦੇ ਨਾਲ, ਅਨੁਰਾਗ ਦਾ ਅਰਥ ਹੈ ਪਿਆਰ ਨਾਲ ਸਿਮਰਦਾ ਹੈ। ਤਿਨ ਸ੍ਰੀ ਅਮਰ ਮਹਾਤਮ ਸੁਨਿਓ। ਉਹਨੇ ਕਹਿੰਦੇ ਨੇ ਵੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਮਹਾਤਮ ਸੁਣਿਆ ਹੈ। ਬਹੁ ਗੁਰ ਸਿੱਖਿਆਨ ਤਿਨ ਸੋ ਪਨਿਓ। ਤੇ ਬਹੁਤ ਸਾਰੇ ਸਿੱਖਾਂ ਨੇ ਜਿਹੜਾ ਹੈ ਉਹ ਗੁਰੂ ਦਾ ਜਸ ਕੀਤਾ ਹੈ, ਵਡਿਆਈ ਕੀਤੀ ਹੈ। ਤੇ ਇਹ ਜਸ ਵਡਿਆਈ ਗੁਰੂ ਦੀ ਇਸ ਦੇ ਮਾਈ ਦਾਸ ਦੇ ਕੰਨੀ ਪਈ ਹੈ। ਚਾਹਤ ਦਰਸ਼ਨ ਕੇ ਦਿਸ ਬੀਤੇ। ਤੇ ਜਿਉਂ-ਜਿਉਂ ਇਹਨੇ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣੀ ਹੈ, ਤਿਉਂ-ਤਿਉਂ ਇਹਦੇ ਮਨ ਵਿੱਚ ਦਰਸ਼ਨ ਦੀਦਾਰ ਕਰਨ ਦੀ ਲਾਲਸਾ ਪੈਦਾ ਹੋ ਗਈ ਹੈ। ਔਰ ਇਹ ਸੱਚ ਗੱਲ ਹੈ ਜੋ ਗੁਰੂ ਕੀ ਪਵਿੱਤਰ ਬਾਣੀ ਵਿੱਚੋਂ ਵੀ ਅਸੀਂ ਬਚਨ ਪੜ੍ਹਦੇ ਹਾਂ, ਜਿਹਦੇ ਵਿੱਚ ਹਜ਼ੂਰ ਆਖਦੇ ਨੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਤੇਰਾ ਨਾਮ ਸੁਣ ਕੇ, ਤੇਰੀ ਵਡਿਆਈ ਸੁਣ ਕਰਕੇ ਮੈਨੂੰ ਤੇਰਾ ਦੀਦਾਰ ਕਰਨ ਦੀ ਚਾਹਨਾ ਪੈਦਾ ਹੋ ਗਈ ਹੈ। ਮੇਰੇ ਹਿਰਦੇ ਵਿੱਚ ਤੇਰੇ ਦਰਸ਼ਨ ਦੀਦਾਰ ਦੀ ਇੱਛਾ ਪੈਦਾ ਹੋ ਗਈ ਹੈ। ਇਵੇਂ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣਦਾ ਹੈ ਤੇ ਇਸ ਮਾਈ ਦਾਸ ਦੇ ਅੰਦਰ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰਿਆਂ ਦੀ ਲਾਲਸਾ ਪੈਦਾ ਹੋਈ ਹੈ। ਕਬ ਕਬ ਚਲਨ ਠਨ ਹੈ ਨਿਤ ਬੀਤੇ। ਫਿਰ ਕਹਿੰਦੇ ਨੇ ਵੀ ਅੱਜ ਜਾਂਦਾ ਹਾਂ, ਕੱਲ ਜਾਂਦਾ ਹਾਂ, ਇਵੇਂ ਕਰਦਿਆਂ ਕੁਝ ਸਮਾਂ ਬੀਤਿਆ ਹੈ। ਸਮੋ ਪਾਏ ਗੁਰ ਕੇ ਪੁਰ ਆਇਓ। ਫਿਰ ਕਹਿੰਦੇ ਨੇ ਵੀ ਇੱਕ ਦਿਨ ਗੁਰੂ ਨੇ ਮਿਹਰ ਕੀਤੀ, ਸਮਾਂ ਇਸ ਨੂੰ ਮਿਲਿਆ ਤੇ ਇਹ ਜਿਹੜਾ ਹੈ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਪਹੁੰਚਿਆ ਹੈ। ਥਿਰਿਓ ਪੌਰ ਪਰ ਪੋਛ ਪਠਾਇਓ। ਤੇ ਕਹਿੰਦੇ ਨੇ ਵੀ ਜਿਸ ਵੇਲੇ ਜਿਹੜਾ ਹੈ ਇਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਦਰਬਾਰ ਦੇ ਅੰਦਰ ਪਹੁੰਚਿਆ ਹੈ। ਸੁਨ ਸ੍ਰੀ ਅਮਰ ਪ੍ਰੇਮ ਨਿਜ ਪਾਖਿਓ। ਤੇ ਕਹਿੰਦੇ ਨੇ ਵੀ ਇਹ ਗੁਰੂ ਅਮਰਦਾਸ ਜੀ ਦਾ ਪ੍ਰੇਮ ਜਿਹੜਾ ਹੈ ਹਿਰਦੇ ਵਿੱਚ ਦਰਸ਼ਨ ਦੀਦਾਰਿਆਂ ਦਾ ਪ੍ਰੇਮ ਇਸ ਨੇ ਧਾਰਨ ਕੀਤਾ ਹੈ। ਜੇ ਮਨ ਤੁਮ ਦਰਸ਼ਨ ਪਖੇ ਲਾਇਓ। ਤੇ ਕਹਿੰਦੇ ਨੇ ਵੀ ਹੇ ਮਨ, ਜੇ ਤੂੰ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ ਹੈ, ਕਰੋ ਦੇਗ ਤੇ ਭੋਜਨ ਜਾਏ। ਇੱਕ ਸਿੱਖ ਨੇ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਉਣ ਦੀ ਮਰਿਆਦਾ ਦੱਸੀ ਹੈ। ਮੈਂ ਇੰਨੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਹੈ ਤੇ ਇੱਕ ਮਰਿਆਦਾ ਕਾਇਮ ਕਰ ਦਿੱਤੀ ਗਈ ਸੀ। ਉਹ ਮਰਿਆਦਾ ਇਹ ਸੀ ਕਿ ਪਹਿਲਾਂ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ ਵਿੱਚ ਜਾ ਕਰਕੇ ਬੈਠਣਾ ਪਵੇਗਾ, ਉਥੇ ਪ੍ਰਸ਼ਾਦਾ ਪਾਣੀ ਛਕੋ ਤੇ ਫਿਰ ਸੰਗਤ ਵਿੱਚ ਆ ਕਰਕੇ ਬਚਨ ਵਿਲਾਸ ਕਰਨੇ, ਦਰਸ਼ਨ ਦੀਦਾਰ ਕਰਨੇ। ਤੇ ਇਸ ਮਾਈ ਦਾਸ ਨੂੰ ਵੀ ਸਿੱਖਾਂ ਨੇ ਸੁਨੇਹਾ ਦੇ ਦਿੱਤਾ ਹੈ, ਗੱਲ ਸਮਝਾ ਦਿੱਤੀ ਹੈ ਵੀ ਜੇ ਤੁਸੀਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਕਰਨ ਆਏ ਹੋ ਤੇ ਗੁਰੂ ਦੇ ਦਰਬਾਰ ਦੀ ਇਹ ਮਰਿਆਦਾ ਵੀ ਪਹਿਲਾਂ ਤੁਸੀਂ ਪੰਗਤ ਵਿੱਚ ਜਾ ਕਰਕੇ ਬੈਠੋ ਤੇ ਫਿਰ ਤੁਹਾਨੂੰ ਇਹ ਸੰਗਤ ਦੇ ਵਿੱਚ ਆ ਕਰਕੇ ਬੈਠਣਾ ਮਿਲੇਗਾ। ਤੇ ਉੱਥੇ ਕਹਿੰਦੇ ਨੇ ਵੀ ਜਦੋਂ ਇਹਨੇ ਜਾ ਕਰਕੇ ਵੇਖਿਆ ਵੀ ਇੱਥੇ ਪੰਗਤ ਵਿੱਚ ਸਾਰੇ ਇੱਕ ਬਰਾਬਰ ਹੀ ਬੈਠੇ ਨੇ ਤੇ ਇਹ ਜਿਹੜਾ ਹੈ ਆਪਣਾ ਆਪ ਭੋਜਨ ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਸੋਚ ਭੇਟ ਨੂੰ ਮੰਨਦਾ ਹੈ। ਤੇ ਉਹ ਵੇਖ ਕਰਕੇ ਇਹਦਾ ਮਨ ਥੋੜਾ ਬਦਲਿਆ ਤੇ ਇਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰੇ ਕੀਤਿਆਂ ਤੋਂ ਬਿਨਾਂ ਇੱਕ ਵਾਰੀ ਵਾਪਸ ਆ ਗਿਆ। ਪਰ ਫਿਰ ਕਿਤੇ ਗੁਰੂ ਦੇ ਦਰਸ਼ਨਾਂ ਦੀਦਾਰਿਆਂ ਦੀ ਪਿਆਸ ਜਾਗੀ ਹੈ
ਤੇ ਉਸ ਪਿਆਸ ਨੂੰ ਜਿਹੜਾ ਹੈ ਬੁਝਾਉਣ ਵਾਸਤੇ ਜਦੋਂ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ, ਮਰਿਆਦਾ ਨੂੰ ਨਿਭਾ ਕਰਕੇ ਗੁਰੂ ਅਮਰਦਾਸ ਜੀ ਕੋਲ ਗਿਆ, ਤੇ ਫਿਰ ਵੱਡੀ ਮਿਹਰ ਹੋਈ ਹੈ ਵੀ ਇੱਕ ਉਹ ਵਿਅਕਤੀ ਜਿਹੜਾ ਇੱਕ ਵਾਰ ਗੁਰੂ ਦੇ ਦਰਬਾਰ ਵਿੱਚੋਂ ਬਿਨਾਂ ਦਰਸ਼ਨ ਕੀਤੇ ਵਾਪਸ ਮੁੜ ਗਿਆ, ਫਿਰ ਪ੍ਰੇਮ ਦਾ ਖਿੱਚਿਆ ਹੋਇਆ ਜਦੋਂ ਵਾਪਸ ਆਇਆ ਤੇ ਉਹਦੀ ਸੇਵਾ, ਉਹਦੀ ਪ੍ਰੇਮਾ ਭਗਤੀ ਪ੍ਰਵਾਨ ਹੋ ਗਈ ਤੇ ਉਹਨੂੰ ਇੱਕ ਪ੍ਰਚਾਰਕ ਥਾਪ ਦਿੱਤਾ ਗਿਆ ਹੈ। ਤੇ ਗੁਰੂ ਦੇ ਘਰ ਦੀ, ਗੁਰੂ ਦੇ ਦਰ ਦੀ ਵੱਡੀ ਵਡਿਆਈ ਹੈ। ਸਤਿਗੁਰੂ ਕਿਰਪਾ ਕਰੇ, ਦਇਆ ਕਰੇ, ਸਾਡੇ ਵਿੱਚ ਵੀ ਇਹੋ ਜਿਹਾ ਪ੍ਰੇਮ ਜਿਹੜਾ ਅੱਜ ਅਸੀਂ ਪ੍ਰਸੰਗ ਸਾਂਝਾ ਕੀਤਾ ਹੈ, ਇਹੋ ਜਿਹਾ ਪ੍ਰੇਮ ਜਿਹੋ ਜਿਹਾ ਭਾਈ ਜੇਠੇ ਵਿੱਚ ਹੈ, ਔਰ ਇਹੋ ਜਿਹਾ ਪ੍ਰੇਮ ਆ, ਇਹੋ ਜਿਹੀ ਖਿੱਚ ਜਿਹੜੀ ਮਾਈ ਦਾਸ ਵਿੱਚ ਹੈ, ਜੋ ਉਸ ਨੂੰ ਸਿੱਖ ਧਰਮ ਦਾ ਇੱਕ ਪ੍ਰਚਾਰਕ ਥਾਪ ਦਿੰਦੀ ਹੈ, ਇਹੋ ਜਿਹੀ ਪ੍ਰੇਮ ਭਾਵਨਾ ਸਾਡੇ ਮਨਾਂ ਵਿੱਚ ਵੀ ਬਣ ਜਾਵੇ। ਇਹ ਅਰਦਾਸ ਅਸੀਂ ਅੱਜ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਗੁਰੂ ਚਰਨਾਂ ਵਿੱਚ ਕਰਨੀ ਹੈ। ਤੇ ਜਿਨ੍ਹਾਂ ਨੇ ਸੱਚਮੁੱਚ ਅਜਿਹੀ ਅਰਦਾਸ ਕੀਤੀ ਹੈ, ਮਾਲਕ ਨੇ ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮ ਭਾਵਨਾ ਜਗਾ ਕਰਕੇ ਉਹਨਾਂ ਨੂੰ ਆਪਣੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਤੇ ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ ਕਿ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਮਿਹਰ ਕਰੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ